from Kharkiv National Medical University. 7 to 8 days ਆਪਾਂ ਉੱਥੇ bunkers 'ਚ ਰਹੇ ਸੀ. Air strikes, continuous air strikes ਚੱਲਦੀਆਂ ਸੀ ਉੱਥੇ. रूस ਤੇ यूक्रेन ਦੇ ਵਿੱਚ ਜਿਹੜੀ ਲੜਾਈ ਹੋ ਰਹੀ ਹੈ ਉਸ ਲੜਾਈ ਦਾ ਬੜਾ ਹੀ ਇੱਕ ਮਨਭਾਗਾ ਜਿਹੜਾ ਇਫੈਕਟ ਪਿਆ ਹੈ ਉਹ ਹੈਗਾ ਬੱਚਿਆਂ ਦੇ ਉੱਪਰ, ਜਿਹੜੇ ਕਿ ਬੱਚੇ MBBS ਦੀ ਤਿਆਰੀ ਪੜ੍ਹਾਈ ਕਰਨ ਵਾਸਤੇ ਉੱਥੇ ਗਏ ਸੀਗੇ। ਪਰ ਜੋ ਉੱਥੇ ਦੇ ਹਾਲਾਤ ਹੋਏ ਹੈ, ਉੱਥੇ ਇੱਕ ਤਰ੍ਹਾਂ ਦਾ ਬੱਚਿਆਂ ਦਾ ਕੈਰੀਅਰ ਜਿਹੜਾ ਇੱਕ ਚੰਗਾ ਕੈਰੀਅਰ ਸੀਗਾ ਉਹ ਉੱਥੇ ਖਤਮ ਹੋ ਗਿਆ। ਅੱਜ ਸਾਡੇ ਕੋਲ ਇੱਕ ਲੜਕੀ ਜਿਹੜੀ ਕਿ ਜਲੰਧਰ ਦੀ ਹੈ, ਜਿਹੜੀ ਕਿ 11 ਦਿਨ ਬਾਅਦ ਉੱਥੋਂ ਵਾਪਸ ਆਈ ਸੀਗੀ, ਸੁਖਮਨਦੀਪ ਕੌਰ, ਜਿਹਦਾ ਕਿ ਤੀਜਾ ਸਮੈਸਟਰ ਚੱਲਦਾ ਪਿਆ ਸੀਗਾ, ਜਿਹੜਾ ਕਿ ਵਿਚਕਾਰ ਇਹਨਾਂ ਨੂੰ ਛੱਡਣਾ ਪਿਆ ਕਾਰਨ ਯੂਕਰੇਨ ਤੇ ਰੂਸ ਦੀ ਲੜਾਈ। ਲੇਕਿਨ ਹੁਣ ਸਵਾਲ ਹੈ ਕਿ ਇਨ ਬੱਚਿਆਂ ਦਾ ਕੀ ਹੋਊਗਾ, ਅੱਗੇ ਭਵਿੱਖ ਕੀ ਜਾਏਗਾ। ਕਿ ਸਾਡੀ ਸਰਕਾਰ ਜਾਂ ਸੁਪਰੀਮ ਕੋਰਟ ਦੀ ਨਵੀਂ ਇੱਕ ਗਾਈਡਲਾਈਨਸ ਆ ਰਹੀ ਹੈ ਕਿ ਜਿਹਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਇੱਥੇ ਹੀ ਬਾਕੀ ਦੇ ਕੋਰਸਿਸ ਕਰਵਾਏ ਜਾਣਗੇ। ਹੁਣ ਅੱਗੇ ਦੇ ਭਵਿੱਖ ਬਾਰੇ ਤੇ ਇਹਨਾਂ ਨੂੰ ਪੁੱਛਦੇ ਕਿ ਉੱਥੇ ਦੇ ਹਾਲਾਤ ਕਿੱਦਾਂ ਦੇ ਸੀਗੇ ਤੇ ਕਿੱਦਾਂ ਦੇ ਉੱਥੇ ਲੋਕਾਂ ਨੇ ਵਿਚਰੇ ਹੈ। ਆਓ ਸੁਖਮਨਦੀਪ ਕੌਰ, ਜਿਹੜੀ ਕਿ 11ਵੇਂ ਦਿਨ ਬਾਅਦ ਜਲੰਧਰ ਦੇ ਵਿੱਚ ਆਈ ਹੈ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਬੇਟਾ ਆਪਣਾ ਨਾਮ? My name is Sukhmandeep Kaur from Jalandhar and मैं third year C Ukraine from Kharkiv National Medical University and Kharkiv ਦੀ ਇਸ ਵੇਲੇ ਹਾਲਤ ਬਹੁਤ ਜ਼ਿਆਦਾ ਖਰਾਬ ਹੈ। 7 to 8 days ਆਪਾਂ ਉੱਥੇ ਬੰਕਰਸ 'ਚ ਰਹੇ ਸੀ, ਹੌਸਟਲ ਬੰਕਰਸ ਹੀ ਸੀਗੇ ਔਰ ਉੱਥੇ ਮਤਲਬ ਨੋ ਇਲੈਕਟ੍ਰਿਸਿਟੀ ਯੂ ਕੈਨ ਸੇ, ਔਰ ਰਾਤੀ ਬਲੈਕ ਆਊਟ ਹੋ ਜਾਂਦਾ ਸੀ ਪ੍ਰੋਪਰ ਪੂਰਾ। ਵੀ ਕਾਂਟ ਇਵਨ ਯੂਜ਼ ਆਰ ਫੋਨਸ ਐਂਡ ਆਲ ਕਿ ਰਾਤੀ ਮਤਲਬ ਲੋਕੇਸ਼ਨ ਟਰੈਕ ਹੁੰਦੀ ਸੀ, ਏਅਰ ਸਟ੍ਰਾਈਕਸ, ਕੰਟੀਨਿਊਸ ਏਅਰ ਸਟ੍ਰਾਈਕਸ ਚੱਲਦੀਆਂ ਸੀ ਉੱਥੇ। ਔਰ ਖਾਣਾ ਮਤਲਬ ਫੁੱਲ ਡੇ ਇੱਕ ਮੀਲ ਮਿਲਦੀ ਸੀ ਉੱਥੇ, ਮਤਲਬ ਬਹੁਤ ਬੁਰਾ ਹਾਲ ਸੀ। ਔਰ ਜਦੋਂ ਸਾਨੂੰ ਮਤਲਬ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਕਿ ਬਾਈ ਲਵੀਵ ਗਵਰਨਮੈਂਟ ਟ੍ਰੇਨਸ ਚਲਾ ਰਹੀ ਸੀ, ਉੱਥੋਂ ਦੀਆਂ ਗਵਰਨਮੈਂਟ ਨੇ ਹੈਲਪ ਕੀਤੀ, ਫ੍ਰੀ ਇਵੈਕੂਏਸ਼ਨ ਟ੍ਰੇਨਸ ਚੱਲ ਰਹੀਆਂ ਸੀ, ਬਟ ਉੱਥੇ ਜਿਹੜੀ ਪ੍ਰਾਇਓਰਿਟੀ ਸੀ ਉਹ ਯੂਕਰੇਨੀਅਨਸ ਨੂੰ ਦਿੱਤੀ ਜਾ ਰਹੀ ਸੀ। ਸਟੇਸ਼ਨ 'ਤੇ ਪੈਰ ਰੱਖਣ ਦੀ ਜਗ੍ਹਾ ਤੱਕ ਨਹੀਂ ਸੀ। ਮਤਲਬ ਇੰਡੀਅਨਸ ਨੂੰ ਲੀਸਟ ਪ੍ਰਾਇਓਰਿਟੀ 'ਤੇ ਸੀਗੇ ਇੰਡੀਅਨਸ, ਬਟ ਸਿਰਫ ਗਰਲਸ ਨੂੰ ਜ਼ਿਆਦਾ ਪ੍ਰਾਇਓਰਿਟੀ ਮਿਲ ਰਹੀ ਸੀ। ਉੱਥੇ ਵੀ ਕੰਟੀਨਿਊਸ ਸਟ੍ਰਾਈਕਸ ਚੱਲ ਰਹੀਆਂ ਸੀ, ਏਅਰ ਸਟ੍ਰਾਈਕਸ, ਬੰਬਾਰਡਮੈਂਟਸ ਤਾਂ ਹੋ ਹੀ ਰਿਹਾ ਸੀ। ਮਤਲਬ ਹਰ ਬਿਲਡਿੰਗ, ਹਰ ਸਾਰੇ ਸ਼ੀਸ਼ੇ ਵਗੈਰਾ ਸਭ ਟੁੱਟੇ ਹੋਏ ਸੀ। ਡਿਸਟਰਕਸ਼ਨ ਤਾਂ ਵਾਸਟ ਲੈਵਲ 'ਤੇ ਹੋ ਚੁੱਕੀ ਹੈ ਯੂਕਰੇਨ 'ਚ। ਇੰਡੀਅਨ ਗਵਰਨਮੈਂਟ ਨੇ ਤੁਹਾਡੇ ਬਾਰੇ ਕੀ ਕੀਤਾ? ਉਹਨਾਂ ਨੇ ਪੂਰਾ ਅਰੇਂਜਮੈਂਟ ਕੀਤਾ ਕਿ ਨਹੀਂ ਕੀਤਾ? ਕਿੱਦਾਂ ਦਾ ਮਾਹੌਲ ਉਸ ਤੋਂ ਜਿਸ ਤਰ੍ਹਾਂ ਤੁਸੀਂ ਵਤਨ ਵਾਪਸ ਆਏ ਹੋ ਔਰ ਉੱਥੇ ਬਾਈ ਏਅਰ ਆਏ ਹੋ, ਤੇ ਕੀ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ ਤੁਹਾਡੇ ਵਾਸਤੇ? ਐਕਚੁਅਲੀ ਲਾਈਕ 7th or 8th ਡੇ 'ਤੇ ਸਾਨੂੰ ਗਾਈਡਲਾਈਨਸ ਆ ਗਏ ਸੀ ਐਮਬੈਸੀ ਵੱਲੋਂ ਕਿ 6 o'clock ਤੱਕ ਤੁਸੀਂ ਖਾਰਕਿਵ ਖਾਲੀ ਕਰਨਾ ਹੈ। ਵੀ ਵਰ ਇਨ ਖਾਰਕਿਵ, ਸੋ ਮਤਲਬ ਸਾਡੇ ਕੋਲ ਕੁਛ ਟਾਈਮ ਨਹੀਂ ਸੀਗਾ, ਸਿਰਫ 3 ਘੰਟੇ ਦਾ ਟਾਈਮ ਸੀਗਾ ਸਾਡੇ ਕੋਲ 6 ਵਜੇ ਤੱਕ ਖਾਰਕਿਵ ਖਾਲੀ ਕਰਨ ਦਾ। ਔਰ ਉੱਥੇ ਐਡਵਾਈਜ਼ਰੀ ਆਈ ਸੀ ਕਿ ਪੈਸੋਜਨ ਜਾਣਾ, ਦੈਟ ਵਾਸ 15 to 16 ਕਿਲੋਮੀਟਰਸ ਅਵੇ ਫਰੋਮ ਖਾਰਕਿਵ। ਔਰ ਬਾਈ ਫੁੱਟ ਆਪਾਂ ਉੱਥੇ ਗਏ ਆ ਐਂਡ ਉਦੋਂ ਵੀ ਕੰਟੀਨਿਊਸ ਏਅਰ ਸਟ੍ਰਾਈਕਸ, ਮਿਸਾਈਲਸ ਵਗੈਰਾ ਸਭ ਚੱਲ ਰਹੀਆਂ ਸੀ ਉੱਥੇ। ਈਵਨ ਕਿ ਆਪਾਂ ਵੀ ਐਕਸਪੀਰੀਅੰਸ ਕੀਤਾ, ਆਪਣੀ ਅੱਖਾਂ ਨਾਲ ਦੇਖੀ ਹੈ ਮਿਸਾਈਲ। ਔਰ ਯੂਕਰੇਨੀਅਨ ਸੋਲਜਰਸ ਨੇ ਸਾਡੀ ਹੈਲਪ ਕੀਤੀ ਹੈ ਉੱਥੇ। ਕੰਟੀਨਿਊਸ ਥੋੜ੍ਹੀ ਦੂਰੀ 'ਤੇ ਬੰਕਰਸ ਯੂਕਰੇਨੀਅਨ ਮਿਲਟਰੀ ਦੇ ਬਣੇ ਹੋਏ ਸੀ, ਉਹਨਾਂ ਨੇ ਹੀ ਸਾਡੀ ਹੈਲਪ ਕੀਤੀ ਹੈ 15 to 20 ਮਿੰਟਸ। ਮਤਲਬ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸੇਫ ਨਹੀਂ ਹੁੰਦਾ ਸਭ ਕੁਝ, ਤਦ ਤੱਕ ਸਾਨੂੰ ਜਾਣ ਨਹੀਂ ਦਿੱਤਾ ਗਿਆ ਬਾਹਰ। ਇੰਡੀਅਨ ਫਲੈਗ ਕਰਕੇ ਸਾਡੀ ਜ਼ਿਆਦਾ ਹੈਲਪ ਹੋਈ ਹੈ ਉੱਥੇ। ਐਂਡ ਉੱਥੇ ਜਾਣ ਤੋਂ ਬਾਅਦ ਵੀ ਗਵਰਨਮੈਂਟ ਨੇ ਮੀਲਸ ਪ੍ਰੋਵਾਈਡ ਕੀਤੀ ਹੈ, ਅੰਬੈਸੀ ਵੱਲੋਂ ਮੀਲਸ ਸੀਗੀਆਂ, ਬੱਸਿਸ ਪ੍ਰੋਵਾਈਡ ਹੋਈਆਂ। 26 ਆਵਰਸ ਕੰਟੀਨਿਊਸ ਜਰਨੀ 3 ਦਿਨ ਤੋਂ ਬਾਅਦ 26 ਆਵਰਸ ਕੰਟੀਨਿਊਸ ਬਾਈ ਬੱਸ ਜਰਨੀ ਸੀ। ਫਿਰ ਰੋਮਾਨੀਆ ਬਾਰਡਰ 'ਤੇ ਉੱਥੋਂ ਕ੍ਰਾਸ ਕਰਕੇ ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਦੀ ਫਲਾਈਟਸ ਸੀਗੀਆਂ, ਇਵੈਕੂਏਸ਼ਨ ਫਲਾਈਟਸ। ਤੇ ਜਿਹੜੀ ਇਵੈਕੂਏਸ਼ਨ ਫਲਾਈਟ ਸੀਗੀਆਂ ਉਹਦੇ ਵਿੱਚ ਭਾਰਤ ਸਰਕਾਰ ਦਾ ਕਿੱਦਾਂ ਦਾ ਇੰਤਜ਼ਾਮਾਤ ਸੀਗੇ? ਉੱਥੇ ਤੁਹਾਡੇ ਵਾਸਤੇ ਕੋਈ ਕਲੋਥਸ ਜਾਂ ਖਾਣ ਪੀਣ ਦੀ ਸਮਾਨ ਸੀਗਾ ਕਿ ਨਹੀਂ ਸੀ? ਖਾਣ ਪੀਣ ਪੂਰਾ ਪ੍ਰੋਵਾਈਡ ਹੋ ਰਿਹਾ ਸੀ, ਕੌਫੀ ਵਗੈਰਾ ਸਭ ਕੁਝ, ਮਤਲਬ ਰਿਫਰੈਸ਼ਮੈਂਟ ਸਭ ਸਾਰੀਆਂ ਪ੍ਰੋਵਾਈਡ ਹੋਈਆਂ ਉੱਥੇ।
ਵਾਪਸ ਜਦੋਂ ਤੁਸੀਂ ਦਿੱਲੀ ਆਏ ਹੋ ਤੇ ਦਿੱਲੀ ਆਉਣ ਤੋਂ ਬਾਅਦ ਕਿੱਦਾਂ ਦਾ ਸਿਸਟਮ ਹੈ ਕਿ ਇਹ ਤੇ ਨਹੀਂ ਕਿ ਆਏ ਹੋ ਤੇ ਛੱਡ ਦਿੱਤਾ ਤੁਹਾਨੂੰ? ਨਹੀਂ, ਉੱਥੇ ਫੂਡ ਪ੍ਰੋਸੈਸਿੰਗ ਮਿਨਿਸਟਰ ਸੀ ਗਵਰਨਮੈਂਟ, ਐਂਡ ਦੈਨ ਗਵਰਨਮੈਂਟ ਨੇ ਉਹਨਾਂ ਨੇ ਰਿਸੀਵ ਕੀਤਾ, ਐਂਡ ਦੈਨ ਫੂਡ ਪੈਕੇजेस ਸੀਗੇ that contain some fruits and all, ਉਹ ਉਹਨਾਂ ਨੇ ਪ੍ਰੋਵਾਈਡ ਕੀਤੇ ਹੈ। ਫਿਰ ਜਿਨ੍ਹਾਂ ਦੇ ਪੇਰੈਂਟਸ ਵਗੈਰਾ ਵਾਸਤੇ ਸਪੈਸ਼ਲ ਏਰੀਆ ਰਿਜ਼ਰਵ ਸੀਗਾ ਗੇਟ ਨੰਬਰ 5 ਤੇ ਪ੍ਰੋਪਰ, ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ। ਆ ਸੀਗੇ ਕਿ ਇਹ ਉਹ ਲੜਕੀ ਹੈ ਜਿਹਨੇ ਉੱਥੇ ਦਾ ਸਾਰਾ ਮਜ਼ਾ ਦਿਖਾਇਆ ਤੁਹਾਨੂੰ, ਸਾਨੂੰ ਦੱਸਿਆ ਆਪਣੇ ਸ਼ਬਦਾਂ ਦੇ ਵਿੱਚ ਕਿ ਕਿੱਦਾਂ ਉੱਥੇ ਦੇ ਹਾਲਾਤ ਸੀਗੇ, ਕਿੱਦਾਂ ਉਹ ਆਪਣੇ ਆਪ ਨੂੰ ਬਚਾਏ, ਕਿੱਦਾਂ ਉਹ ਪੈਦਲ ਤੁਰੇ, ਕਿੱਦਾਂ ਬੰਕਰਸ ਦੇ ਵਿੱਚ ਰਹੇ, ਫਿਰ ਪੈਦਲ ਤੁਰੇ, ਫਿਰ ਆਪਣੇ ਵਤਨ ਵਾਪਸ ਲੌਟੇ। ਹੁਣ ਸਵਾਲ ਹੈ ਕਿ ਕੀ ਅੰਤਰਰਾਸ਼ਟਰੀ ਜਿਹੜੀ ਲੜਾਈ ਦੇ ਵਿੱਚ ਬੱਚਿਆਂ ਦਾ ਅੱਗੇ ਦਾ ਭਵਿੱਖ, ਖਾਸ ਕਰ ਭਾਰਤੀਆਂ ਦਾ ਕੀ ਹੋਏਗਾ, ਇਸ ਬਾਰੇ ਇਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ। ਮੈਂ ਨਿਤਿਨ ਕੌੜਾ ਔਰ ਕੈਮਰਾਮੈਨ ਰਮਨ ਦੇ ਨਾਲ ਉਦੇ ਦਰਪਣ ਤੋਂ।